ਦੋਸਤੋ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਹੀ ਨਿੱਘੀ ਜੀ ਆਇਆਂ। ਪੰਜਾਬੀ ਰੰਗਮੰਚ ਦੇ ਨਾਲ ਮੋਹ ਰੱਖਣ ਵਾਲਿਆਂ ਲਈ ਇੱਕ ਖੁਸ਼ਖਬਰੀ ਹੈ ਕਿ ਅੱਜ ਅਸੀਂ ਇੱਕ ਅਜਿਹਾ ਸ਼ਖਸ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜੋ ਪੰਜਾਬੀ ਰੰਗਮੰਚ ਦਾ ਧਰੂ ਤਾਰਾ ਹੈ। ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਪੰਜਾਬੀ ਰੰਗਮੰਚ ਦੇ ਵਿੱਚ। ਮੇਰੀ ਮੁਰਾਦ ਕੇਵਲ ਧਾਲੀਵਾਲ ਜੀ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ ਜੀ। ਬਹੁਤ ਬਹੁਤ ਸ਼ੁਕਰੀਆ ਹਰਜੀਤ ਜੀ। ਤੁਹਾਡੇ ਜਿਹੜਾ ਨਾਟਕ ਦਾ ਸਫ਼ਰ ਹੈ, ਰੰਗਮੰਚ ਦਾ ਸਫ਼ਰ ਹੈ, ਉਹਦੇ ਬਾਰੇ ਢੇਰ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਕਰ ਲਈਆਂ ਨੇ। ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ ਕਿ ਜਿਹੜੀ ਸ਼ੁਰੂਆਤ ਹੈ ਪੰਜਾਬੀ ਰੰਗਮੰਚ ਦੀ, ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਸਫ਼ਰ ਹੈ, ਕਦੋਂ ਸ਼ੁਰੂ ਕੀਤਾ? ਬੜੀ ਲੰਮੀ ਕਹਾਣੀ ਹੈ ਜੀ। ਔਰ ਹੁਣ ਮੈਨੂੰ ਇਸ ਸਾਲ ਸਮਝ ਲਓ ਕਿ 36 ਸਾਲ ਹੋ ਗਏ ਸਿਰਫ ਰੰਗਮੰਚ ਕਰਦਿਆਂ ਹੋਇਆਂ। ਅਤੇ 36 ਈਅਰ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈ, ਇਹਦੇ ਵਿੱਚ ਕਈ ਪੜਾਅ ਆਏ, ਕਈ ਉੱਚੇ ਨੀਵੇਂ ਔਰ ਖੂਬਸੂਰਤ ਮੋੜ ਵੀ ਆਏ। ਔਰ ਇਹ ਸਮਾਂ ਜਿਹੜਾ ਸੀ, ਇਹ 36 ਸਾਲਾਂ ਦਾ ਸਮਾਂ ਮੇਰੇ ਲਈ ਬਹੁਤ ਹੀ ਕ੍ਰੀਏਟਿਵ ਸਮਾਂ ਰਿਹਾ। ਔਰ ਇਹਨਾਂ ਸਾਲਾਂ ਨੇ ਬੜਾ ਕੁਝ ਜ਼ਿੰਦਗੀ ਦੇ ਵਿੱਚ ਮੈਨੂੰ ਸਿਖਾਇਆ ਵੀ। ਔਰ ਇਹ ਮੈਂ 78 ਦੇ ਵਿੱਚ ਗੁਰਸ਼ਰਨ ਭਾਜੀ ਦੇ ਨਾਲ ਸ਼ੁਰੂਆਤ ਕੀਤੀ ਸੀਗੀ। ਉਸ ਤੋਂ ਪਹਿਲੇ ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦਿਆਂ ਹੋਇਆ। ਔਰ ਉੱਥੇ ਸਕੂਲ ਦੇ ਵਿੱਚ ਨਾਟਕ ਕਰੀਦੇ ਸੀਗੇ। ਅਤੇ ਫਿਰ 78 'ਚ ਗੁਰਸ਼ਰਨ ਭਾਜੀ ਦਾ ਥੀਏਟਰ ਗਰੁੱਪ ਜੁਆਇਨ ਕੀਤਾ, ਅੰਮ੍ਰਿਤਸਰ ਨਾਟਕ ਕਲਾ ਕੇਂਦਰ। ਔਰ ਬਸ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਹਾਲਾਂਕਿ ਉਹ ਸਮਾਂ ਬਹੁਤ ਔਖਾ ਸੀਗਾ। 78 ਤੋਂ 88 ਤੱਕ 10 ਸਾਲ ਮੈਂ ਲਗਾਤਾਰ ਉਹਨਾਂ ਨਾਲ ਕੰਮ ਕੀਤਾ। ਔਰ ਉਹਨਾਂ ਸਾਲਾਂ ਦੇ ਦਰਮਿਆਨ ਅਸੀਂ ਬਹੁਤ ਯਾਨੀ ਪੰਜਾਬ ਦੇ ਪਿੰਡ ਵਿੱਚ ਗਏ, ਬਾਕੀ ਹਿੰਦੁਸਤਾਨ ਦੇ ਸ਼ਹਿਰਾਂ 'ਚ ਗਏ, ਔਰ ਬਹੁਤ ਸਾਰੇ ਮੁਲਕਾਂ ਵਿੱਚ ਵੀ, ਕੈਨੇਡਾ, ਅਮਰੀਕਾ, ਇੰਗਲੈਂਡ, ਬਹੁਤ ਸਾਰੇ ਮੁਲਕਾਂ ਵਿੱਚ ਵੀ ਜਾਣ ਦਾ ਮੌਕਾ ਮਿਲਿਆ। ਹਾਲਾਂਕਿ ਉਹਨਾਂ ਦਿਨਾਂ 'ਚ ਬੜਾ ਕਹਿ ਲਓ ਕਿ ਇੱਕ ਪੰਜਾਬ ਦਾ ਜਿਹੜਾ ਕਿ ਕਾਲੇ ਸਮਿਆਂ ਦਾ ਇਤਿਹਾਸ ਸੀਗਾ, ਪੂਰਾ ਉਹ ਸਿਰਜਿਆ ਜਾ ਰਿਹਾ ਸੀਗਾ। ਉਸ ਦੌਰ 'ਚੋਂ ਲੰਘ ਰਹੇ ਸੀ ਅਸੀਂ। ਪਰ ਉਹ ਸਾਡੇ ਲਈ ਬੜਾ ਇੱਕ ਕਹਿ ਲਓ ਕਿ ਕਮਿਟਮੈਂਟ ਦਾ ਦੌਰ ਵੀ ਸੀਗਾ। ਸੋ ਉਹ ਜਿਹੜੀ ਕਮਿਟਮੈਂਟ ਉਹਨਾਂ ਸਮਿਆਂ ਦੇ ਵਿੱਚ ਬਣੀ, ਉਸ ਕਮਿਟਮੈਂਟ ਨੇ ਜੋ ਕੁਝ ਸਾਨੂੰ ਸਿਖਾਇਆ, ਉਹ ਕਮਿਟਮੈਂਟ ਹੀ ਸਾਨੂੰ ਜਿਹੜੀ ਹੈ ਕਿ ਅੱਜ ਤੱਕ ਨਾਲ ਤੋਰੀ ਜਾ ਰਹੀ ਹੈ। ਫਿਰ ਮੈਨੂੰ ਲੱਗਾ ਕਿ ਉਹਨਾਂ ਸਮਿਆਂ 'ਚ ਜਦੋਂ ਅਸੀਂ ਮੈਨੂੰ ਸੀਗਾ ਕਿ ਮੈਂ ਥੀਏਟਰ ਹੀ ਕਰਨਾ, ਮੈਂ ਹੋਰ ਕੁਝ ਨਹੀਂ। ਕਿਉਂਕਿ ਮੇਰਾ ਅੰਦਰੋਂ ਮੇਰਾ ਬਿਲਕੁਲ ਜਿਹੜਾ ਸੀਗਾ ਕਿ ਮੇਰੀ ਜਿਹੜੀ ਆਪਣੀ ਅੰਦਰਲੀ ਵੀ ਇੱਕ ਜਰਨੀ ਹੁੰਦੀ ਹੈ, ਜਦੋਂ ਅਸੀਂ ਬਾਹਰਲੀ ਇੱਕ ਜਰਨੀ ਹੰਢਾ ਰਹੇ ਹੁੰਦੇ ਹਾਂ। ਸੋ ਮੇਰਾ ਉਸ ਅੰਦਰਲੇ ਸਫ਼ਰ ਨੇ ਕਿਹਾ ਕਿ ਨਹੀਂ, ਤੂੰ ਥੀਏਟਰ ਲਈ ਹੀ ਬਣਿਆ। ਸੋ ਮੈਂ ਉਹ ਕਮਿਟਮੈਂਟ ਦੇ ਨਾਲ ਜਿਹੜਾ ਤੁਰਦਾ ਰਿਹਾ। ਅਤੇ 88 ਤੱਕ ਜਿਹੜਾ 10 ਸਾਲ ਗੁਰਸ਼ਰਨ ਭਾਜੀ ਨਾਲ ਬਹੁਤ ਸਟਰੋਂਗਲੀ ਕੰਮ ਬੜਾ ਕੀਤਾ। ਫਿਰ ਮੈਨੂੰ ਲੱਗਾ ਕਿ ਜੇ ਮੈਂ ਥੀਏਟਰ ਕਰਨਾ ਹੈ ਤਾਂ ਮੈਂ ਫਿਰ ਕੁਝ ਟੈਕਨੀਕਲ ਟ੍ਰੇਨਿੰਗ ਲਵਾਂ, ਪ੍ਰੋਫੈਸ਼ਨਲ ਟ੍ਰੇਨਿੰਗ ਲਵਾਂ। ਹਾਲਾਂਕਿ ਉਦੋਂ ਮੈਂ ਖਾਲਸਾ ਸਕੂਲ 'ਚ ਮੈਂ ਜੋਬ ਵੀ ਕਰਨ ਲੱਗ ਪਿਆ ਸੀਗਾ। ਅਤੇ ਫਿਰ ਮੈਂ ਉਹ ਜੋਬ ਛੱਡ ਕੇ, ਰਿਜ਼ਾਈਨ ਕਰਕੇ, ਫਿਰ ਮੈਂ ਨੈਸ਼ਨਲ ਸਕੂਲ ਆਫ ਡਰਾਮਾ 'ਚ ਮੈਂ 88 'ਚ ਐਡਮਿਸ਼ਨ ਲਈ। ਔਰ ਉਸ ਸਮਿਆਂ ਦੇ ਵਿੱਚ ਉਹ 3 ਸਾਲ ਜਿਹੜੀ ਮੈਂ ਸਪੈਸ਼ਲਾਈਜੇਸ਼ਨ ਜਿਹੜੀ ਡਾਇਰੈਕਸ਼ਨ ਡਿਜ਼ਾਈਨ ਦੇ ਵਿੱਚ ਕੀਤੀ। ਅਤੇ ਉਹ ਜਿਹੜਾ ਮੇਰਾ ਐਕਸਪੀਰੀਅੰਸ ਨੈਸ਼ਨਲ ਸਕੂਲ ਆਫ ਡਰਾਮਾ ਦਾ ਪਲੱਸ ਜਿਹੜਾ ਗੁਰਸ਼ਰਨ ਭਾਜੀ ਦਾ ਜਿਹੜਾ 10 ਸਾਲ ਦਾ ਐਕਸਪੀਰੀਅੰਸ ਸੀ, ਉਹ ਮੇਰੇ ਲਈ ਕਾਫੀ ਵਜ਼ਨਦਾਰ ਪੀਰੀਅਡ ਸੀਗਾ। ਸੋ ਮੈਨੂੰ ਕਦੀ ਕੋਈ ਪੁੱਛੇ ਕਿ ਕਿੰਨੇ ਸਾਲ ਦੀ ਟ੍ਰੇਨਿੰਗ ਹੈ, ਅਤੇ ਮੈਂ ਕਹਿੰਦਾ ਨਾ, ਮੇਰੀ 13 ਸਾਲ ਦੀ ਟ੍ਰੇਨਿੰਗ ਹੈ। ਜਿਹੜੇ 10 ਸਾਲ ਮੈਂ ਗੁਰਸ਼ਰਨ ਭਾਜੀ ਨਾਲ ਵੀ ਹੰਢਾਏ, ਉਹ ਵੀ ਮੇਰੀ ਟ੍ਰੇਨਿੰਗ ਸੀਗੀ। ਸੋ ਉਹ ਟ੍ਰੇਨਿੰਗ ਮੇਰੀ ਇੱਕ ਜੜ੍ਹਾਂ ਸੀਗੀ, ਇੱਕ ਮਜ਼ਬੂਤੀ ਸੀ ਮੇਰੇ ਨਾਲ ਜਿਹੜੀ ਤੁਰੀ ਜਾ ਰਹੀ ਸੀਗੀ। ਅਤੇ ਉਸੇ ਮਜ਼ਬੂਤੀ ਦਾ ਕਾਰਨ ਹੀ ਸੀਗਾ ਕਿ ਅਗਲੇ 3 ਸਾਲ ਜਿਹੜੇ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਜੋ ਕੁਝ ਸਿੱਖਿਆ, ਔਰ ਉਸ ਨੂੰ ਫਿਰ ਮੈਂ ਆਪਣੇ ਪੰਜਾਬੀ ਥੀਏਟਰ ਵਾਸਤੇ ਮੂੰਹ ਮੁਹਾਂਦਰਾ ਸਵਾਰਨ ਵਾਸਤੇ ਜਿਹੜਾ ਉਹ ਸਾਰਾ ਕੁਝ ਵਰਤਿਆ ਮੈਂ ਉਹਦੇ ਲਈ। NST ਨੂੰ ਪਾਸ ਆਊਟ ਕਰਨਾ, ਉੱਥੋਂ ਹੋਣਾ, ਪਾਸ ਆਊਟ ਹੋਣਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਪ੍ਰਾਪਤੀ ਹੈ। ਅਤੇ ਉੱਥੋਂ ਵੀ ਵੱਡੀ ਪ੍ਰਾਪਤੀ ਸੀ ਉਹਨਾਂ ਦਿਨਾਂ ਦੇ ਵਿੱਚ। ਮੈਂ ਆਪ ਦੇਖਦਾ ਰਿਹਾ ਇੱਥੇ ਅੰਮ੍ਰਿਤਸਰ ਸਕੂਲ, ਖਾਲਸਾ ਸਕੂਲ ਦੇ ਵਿੱਚ ਪੜ੍ਹਦਿਆਂ, ਖਾਲਸਾ ਕਾਲਜ ਦੇ ਵਿੱਚ ਪੜ੍ਹਦਿਆਂ, ਤੁਸੀਂ ਵੱਖ ਪਿੰਡਾਂ ਦੇ ਵਿੱਚ ਜਾ ਕੇ ਮਾੜੇ ਸਮਿਆਂ ਦੇ ਵਿੱਚ ਵੀ ਥੀਏਟਰ ਕਰਦੇ ਰਹੇ ਹੋ। ਅਤੇ NST ਦੇ ਵਿੱਚ ਐਡਮਿਸ਼ਨ ਲੈਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਸੀ। ਕੀ ਚੁਣੌਤੀਆਂ ਆਈਆਂ? ਉਹਨਾਂ ਸਮੇਂ ਚੁਣੌਤੀ ਕਾਫੀ ਵੱਡੀ ਸੀਗੀ ਕਿ ਸਾਡੇ ਕੋਲ ਗੁਰਸ਼ਰਨ ਭਾਜੀ ਦੇ ਕੰਮ ਦਾ ਐਕਸਪੀਰੀਅੰਸ ਤਾਂ ਸੀਗਾ ਹੀ, ਪਰ ਜਦੋਂ ਅਸੀਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਗਏ, ਅਤੇ ਕਿਉਂਕਿ ਉੱਥੇ ਪੂਰੇ ਹਿੰਦੁਸਤਾਨ 'ਚੋਂ ਸਿਰਫ 20 ਲੋਕਾਂ ਨੂੰ ਸਿਲੈਕਟ ਕੀਤਾ ਜਾਂਦਾ ਸੀ, ਅਤੇ ਪਰ ਸਾਡੇ ਕੋਲ ਐਕਸਪੀਰੀਅੰਸ ਸਟਰੋਂਗ ਸੀਗਾ। ਮੇਰਾ ਲਿਟਰੇਚਰ ਦੇ ਨਾਲ ਬਹੁਤ ਲਗਾਓ ਸੀ, ਔਰ ਮੈਂ ਬਾਕੀ ਹਿੰਦੁਸਤਾਨ ਦੇ ਨਾਟਕਕਾਰਾਂ ਦੇ ਨਾਟਕ ਵੀ ਪੜ੍ਹੇ ਸੀ, ਮੈਂ ਜਾਣਦਾ ਸੀਗਾ। ਸੋ ਇਸ ਲਈ ਮੇਰੀ ਐਡਮਿਸ਼ਨ ਜਿਹੜੀ ਸੀ ਕਿ ਜਦੋਂ ਉਦੋਂ ਕਾਫੀ 3-4 ਹਜ਼ਾਰ ਸਟੂਡੈਂਟ ਸੀਗਾ, ਜਿਸ 'ਚੋਂ ਉਹਨਾਂ ਨੇ 20 ਸਟੂਡੈਂਟ ਸਿਲੈਕਟ ਕੀਤੇ ਸੀ, ਕਿ ਉਹ 'ਚੋਂ ਕਿ ਮੈਂ ਵਨ ਆਫ ਦੈਮ ਸੀਗਾ ਕਿ ਜਿਹੜਾ ਸਿਲੈਕਸ਼ਨ ਹੋਈ ਉੱਥੇ। ਔਰ ਮੇਰੇ ਲਈ ਉਹ ਬੜਾ ਵਧੀਆ ਸੀ ਪੀਰੀਅਡ, ਪਰ ਉੱਥੇ ਜਾ ਕੇ ਇੱਕ ਅਲੱਗ ਦੁਨੀਆ ਸੀ।
ਮੈਂ ਬਿਲਕੁਲ ਐਮੇਚਿਓਰ ਥੀਏਟਰ ਕਰਦਾ ਹੋਇਆ ਗਿਆ ਸੀਗਾ। ਉੱਥੇ ਟੋਟਲੀ ਪ੍ਰੋਫੈਸ਼ਨਲ ਸਾਰੀ ਸੀਗੀ ਜਿਹੜੀ ਟ੍ਰੇਨਿੰਗ ਸੀਗੀ, ਔਰ ਬੜੇ ਵੱਡੇ ਟੀਚਰਸ ਜਿਹੜੇ ਕਿ ਹਾਈਲੀ ਕੁਆਲੀਫਾਈਡ ਔਰ ਸਾਡੇ ਲਈ ਜਿਹੜੇ ਕਿ ਵੱਡੇ ਨਾਮ ਸੀਗੇ, ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਕੋਈ ਟੀਚਰ ਜਰਮਨ ਤੋਂ ਆ ਰਿਹਾ ਸੀ, ਕੋਈ ਇੰਗਲੈਂਡ ਤੋਂ ਆ ਰਿਹਾ ਸੀ, ਕੋਈ ਹਿੰਦੁਸਤਾਨ ਦੇ ਵੱਡੇ ਥੀਏਟਰ ਡਾਇਰੈਕਟਰ ਸੀ, ਉਹਨਾਂ ਨਾਲ ਕੰਮ ਕਰਨ ਦਾ ਔਰ ਵਰਲਡ ਥੀਏਟਰ ਜਿਹੜਾ ਸੀ ਉਹ ਪੜ੍ਹਨ ਦਾ ਮੌਕਾ ਮਿਲਿਆ, ਉਹ ਦੇਖਣ ਦਾ ਮੌਕਾ ਮਿਲਿਆ। ਸੋ ਉਸ ਐਕਸਪੀਰੀਅੰਸ ਨੇ ਜਿਹੜਾ ਕਿ ਬਹੁਤ ਕੁਝ ਸਿਖਾਇਆ, ਜਿਹਦੀ ਮੈਂ ਵਰਤੋਂ ਪੂਰੀ ਆਪਣੇ ਪੰਜਾਬੀ ਥੀਏਟਰ ਨੂੰ ਜਿਹੜਾ ਕਿ ਅੱਗੇ ਤੋਰਨ ਵਾਸਤੇ ਵਾਪਸ ਆ ਕੇ ਫਿਰ ਮੈਂ ਕੀਤੀ। ਕਈ ਜਿਹੜੇ ਬਹੁਤੇ ਲੋਕ ਨੇ ਸਟੂਡੈਂਟ ਨੇ NST ਦੇ, ਉਹ ਭੱਜਦੇ ਨੇ ਫਿਲਮਾਂ ਵੱਲ ਨੂੰ, ਬੰਬੇ ਵੱਲ ਨੂੰ ਭੱਜਦੇ ਨੇ, ਅਤੇ ਤੁਸਾਂ ਨੇ ਉਸ ਪੈਸੇ ਦੀ ਜਿਹੜੀ ਚਮਕ ਦਮਕ ਸੀ ਉਹਨੂੰ ਪਾਸੇ ਰੱਖ ਕੇ ਪੰਜਾਬ ਦੇ ਵਿੱਚ ਆ ਕੇ ਥੀਏਟਰ ਸ਼ੁਰੂ ਕੀਤਾ। ਤੁਹਾਡੇ ਆਉਣ 'ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ, ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੰਜਾਬੀ ਥੀਏਟਰ ਸ਼ੁਰੂ ਹੋਇਆ, ਇਹਨੂੰ ਸਥਾਪਿਤ ਕਰਨ ਲਈ ਤੁਸੀਂ ਬਹੁਤ ਘਾਲਣਾ ਘਾਲੀ। ਕੀ ਚੁਣੌਤੀਆਂ ਉਸ ਤੋਂ ਬਾਅਦ ਆਈਆਂ? ਔਰ ਹਾਲਾਂਕਿ ਇਹ ਸੀਗਾ ਕਿ ਮੇਰੇ ਬਹੁਤ ਸਾਰੇ ਹੁਣ ਵੀ ਜਿਹੜੇ ਕਲਾਸਮੇਟ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ, ਉਹ ਬੰਬੇ ਦੇ ਵਿੱਚ ਵੱਡੇ ਐਕਟਰ ਨੇ। ਮੇਰਾ ਫਿਲਮਾਂ ਦਾ ਕਦੀ ਸੁਪਨਾ ਨਹੀਂ ਸੀ, ਹਾਲਾਂਕਿ ਫਿਲਮਾਂ ਵੇਖਣੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਮੈਂ ਬਹੁਤ ਵੇਖਦਾ ਫਿਲਮਾਂ, ਪਰ ਮੇਰਾ ਥੀਏਟਰ ਦਾ ਇੱਕ ਪੈਸ਼ਨ ਸੀਗਾ। ਔਰ ਮੈਨੂੰ ਲੱਗਦਾ ਸੀ ਕਿ ਜੋ ਐਕਸਪ੍ਰੈਸ਼ਨ ਜਿਹੜਾ ਮੈਂ ਦੇਣਾ ਚਾਹੁੰਦਾ, ਜੋ ਮੈਂ ਗੱਲ ਕਹਿਣੀ ਚਾਹੁੰਦਾ, ਉਹ ਥੀਏਟਰ ਦੇ ਰਾਹੀਂ ਹੋ ਸਕਦੀ, ਉਹ ਮੈਂ ਸ਼ਾਇਦ ਫਿਲਮਾਂ ਰਾਹੀਂ ਮੈਂ ਜਸਟੀਫਾਈ ਨਹੀਂ ਕਰ ਸਕਦਾ। ਇਸੇ ਲਈ ਮੈਂ ਫਿਰ ਉਸ ਫੀਲਡ ਵਿੱਚ ਨਾ ਜਾ ਕੇ ਮੈਂ ਥੀਏਟਰ ਨੂੰ ਹੀ ਔਰ ਅੰਮ੍ਰਿਤਸਰ ਨੂੰ ਆਪਣਾ ਸੈਂਟਰ ਬਣਾਇਆ। ਅੰਮ੍ਰਿਤਸਰ ਮੇਰਾ ਘਰ ਹੈ, ਅੰਮ੍ਰਿਤਸਰ ਮੇਰੀ ਜੰਮਣ ਭੌਂ ਹੈ, ਇਸ ਲਈ ਮੈਨੂੰ ਇਹਦੇ ਨਾਲ ਮੋਹ ਵੀ ਸੀ। ਅੰਮ੍ਰਿਤਸਰ ਮੇਰਾ ਆਪਣਾ ਸ਼ਹਿਰ ਹੈ, ਮੇਰੇ ਆਪਣੇ ਲੋਕ ਨੇ ਇੱਥੇ। ਸੋ ਉਹ ਪਰ ਚੁਣੌਤੀਆਂ ਸ਼ੁਰੂ ਵਿੱਚ ਜਿਹੜੀਆਂ ਆਈਆਂ ਕਿ 91 ਜਦੋਂ ਮੈਂ ਪਾਸ ਆਊਟ ਹੋ ਕੇ ਆਇਆ, ਹਾਲਾਂਕਿ NSD ਕਰਨ ਤੋਂ ਬਾਅਦ ਮੈਂ ਕੁਝ ਦੇਰ ਬੰਗਲਾਦੇਸ਼ ਵੀ ਰਿਹਾ, ਕਲਕੱਤੇ ਵੀ ਰਿਹਾ, ਮੈਂ ਉੱਥੋਂ ਦਾ ਥੀਏਟਰ ਅਬਜ਼ਰਵ ਕੀਤਾ, ਤਾਂ ਕਿ ਮੈਂ ਆਪਣੇ ਥੀਏਟਰ ਨੂੰ, ਮਨੀਪੁਰ ਵੀ ਰਿਹਾ ਮੈਂ ਜਾ ਕੇ, ਅਤੇ ਮੈਂ ਉੱਥੋਂ ਦੇ ਥੀਏਟਰ ਨੂੰ ਵੀ ਵਾਚ ਕੀਤਾ, ਉਹਨਾਂ ਨਾਲ ਕੰਮ ਕੀਤਾ, ਤਾਂ ਕਿ ਮੈਂ ਹੋਰ ਜ਼ਿਆਦਾ ਜਾਣ ਸਕਾਂ। ਪਰ ਇਹ ਜਦੋਂ ਮੈਂ ਇੱਥੇ ਵਾਪਸ ਆਇਆ 91 ਦੇ ਵਿੱਚ, ਅਤੇ ਉਦੋਂ ਵੀ ਅੱਤਵਾਦ ਦਾ ਐਕਸਟ੍ਰੀਮ ਸੀ ਵੀ ਦੌਰ ਚੱਲ ਰਿਹਾ ਸੀਗਾ, ਅਤੇ ਪਹਿਲਾਂ ਹੀ ਅਸੀਂ ਪਲੇ ਕੀਤਾ ਉਦੋਂ ਮਾਵਾਂ, ਅਤੇ ਤੁਸੀਂ ਆਪ ਉਹਦੇ ਵਿੱਚ ਸੀਗੇ, ਅਤੇ ਉਹ ਅਸੀਂ ਜਦੋਂ ਕੀਤਾ, ਤੁਹਾਨੂੰ ਯਾਦ ਹੋਏਗਾ 7 ਸਤੰਬਰ 1991 ਨੂੰ ਪਹਿਲਾਂ ਉਹਦਾ ਸ਼ੋਅ ਸੀਗਾ, ਔਰ ਉਦੋਂ ਪੰਜਾਬ ਬੰਦ ਦਾ ਸੱਦਾ ਸੀਗਾ। ਔਰ ਸਾਡੇ ਲਈ ਇਹ ਚੁਣੌਤੀ ਸੀ ਕਿ ਆਡੀਅנס ਕਿੱਥੋਂ ਆਏਗੀ, ਪਰ ਉਹਦਾ ਉਲਟਾ ਅਸਰ ਇਹ ਹੋਇਆ ਕਿ ਹਾਊਸ ਫੁੱਲ ਸੀ, ਲੋਕ ਜ਼ਮੀਨ 'ਤੇ ਬੈਠੇ ਸੀ, ਕੰਧਾਂ ਨਾਲ ਖੜੇ ਸੀਗੇ, 1000 ਦੀ ਜਗ੍ਹਾ 1200 ਬੰਦਾ ਅੰਦਰ ਸੀਗਾ। ਸੋ ਉਹ ਇੰਨਾ ਕਾਮਯਾਬ ਸ਼ੋਅ ਹੋਇਆ ਕਿ ਉਹਨੇ ਬੜਾ ਸਟਰੋਂਗ ਕੀਤਾ ਉਸ ਸ਼ੋਅ ਨੇ, ਕਿ ਅਸੀਂ ਉਹਨਾਂ ਚੁਣੌਤੀਆਂ ਭਰੇ ਸਮਿਆਂ ਦੇ ਵਿੱਚ ਵੀ ਤੁਰਦੇ ਗਏ। ਫਿਰ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਫਿਰ ਮੈਂ ਇਹ ਸੀਗਾ ਕਿ ਸਾਡੇ ਕੋਲ ਨਵੀਆਂ ਸਕ੍ਰਿਪਟਾਂ ਕਿੱਥੋਂ ਆਉਣ, ਨਵੇਂ ਨਾਟਕ ਕਿੱਥੋਂ ਲਿਖੇ ਜਾਣ। ਮੈਂ ਫਿਰ ਦੇਖਿਆ, ਮੈਂ ਕੋਈ ਗੱਲ ਨਹੀਂ, ਜੇ ਨਵੇਂ ਨਾਟਕ ਨਹੀਂ ਲਿਖੇ ਜਾ ਰਹੇ ਤਾਂ ਅਸੀਂ ਕ੍ਰੀਏਟ ਕਰਦੇ ਹਾਂ। ਮੈਂ ਇਹ ਸਾਹਿਤ ਨੂੰ, ਜਿਹੜਾ ਲਿਟਰੇਚਰ ਹੈ, ਲਿਟਰੇਚਰ ਨੂੰ ਮੈਂ ਬੜਾ ਸਟਰੋਂਗਲੀ ਆਪਣੇ ਥੀਏਟਰ ਦਾ ਹਿੱਸਾ ਬਣਾਇਆ। ਮੈਂ ਕਹਾਣੀਆਂ ਦਾ ਰੰਗਮੰਚ ਕੀਤਾ, ਨਾਵਲਾਂ ਨੂੰ ਅਡੋਪਟ ਕੀਤਾ, ਪੋਇਟਰੀ ਦੇ ਉੱਤੇ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ, ਪੋਇਟਰੀ ਨੂੰ। ਔਰ ਤੁਹਾਨੂੰ ਯਾਦ ਹੋਵੇਗਾ ਬਿਰਖ ਅਰਜ਼ ਕਰੇ, ਸੁਰਜੀਤ ਪਾਤਰ ਦੀ ਪੋਇਟਰੀ ਨੂੰ, ਪਾਸ਼ ਦੀ ਪੋਇਟਰੀ ਨੂੰ, ਔਰ ਸ਼ਿਵ ਬਟਾਲਵੀ ਦਾ ਲੂਣਾ। ਸੋ ਇਹ ਜਿਹੜੇ ਨਾਟਕ ਸੀਗੇ, ਇਹਨਾਂ ਨੇ ਇੱਕ ਵੱਖਰੀ ਮੇਰੀ ਪਹਿਚਾਣ ਬਣਾਈ। ਔਰ ਲੂਣਾ ਇੰਨਾ ਅਸੀਂ ਉਹਨਾਂ 92 'ਚ ਪਹਿਲੀ ਵਾਰ ਕੀਤਾ, ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਾਨੂੰ ਉਹ 20-21 ਸਾਲ ਹੋ ਗਏ ਆ, ਕੰਟੀਨਿਊਸਲੀ ਉਹ ਨਾਟਕ ਹੋ ਰਿਹਾ ਵਾ। ਔਰ ਉਹਦੇ ਅਸੀਂ 250-300 ਸ਼ੋਜ਼ ਕਰ ਚੁੱਕੇ ਹਾਂ। ਅਤੇ ਹਾਲਾਂਕਿ ਬੜੀ ਵੱਡੀ ਪ੍ਰੋਡਕਸ਼ਨ ਹੈ, ਵੱਡੇ ਖਰਚੇ ਦਰਜੇ ਵਾਲੀ, ਫਿਰ ਵੀ ਉਹ ਕੰਟੀਨਿਊਸਲੀ ਉਹ ਸ਼ੋਅ ਹੁੰਦਾ, ਇੰਨੀ ਉਹ ਹਿੱਟ ਪ੍ਰੋਡਕਸ਼ਨ ਹੈ। ਸੋ ਇੱਦਾਂ ਦੇ ਜਿਹੜੇ ਕੰਮ ਸੀਗੇ ਮੈਂ, ਜਿਹੜੇ ਕਿ ਥੀਏਟਰ ਦੇ ਵਿੱਚ ਕ੍ਰੀਏਟ ਕੀਤੇ। ਮੈਂ ਉਹ ਕਿਸੇ ਵੇਲੇ ਮੇਰੇ ਇੱਕ ਸਾਥੀ ਨੇ ਕੋਈ ਕਮੈਂਟ ਕੀਤਾ, ਲਿਖਿਆ ਵੀ ਉਹਨਾਂ ਨੇ ਕਿ ਕੇਵਲ ਧਾਲੀਵਾਲ ਨੇ ਸਕ੍ਰਿਪਟ ਦੀ ਸੱਤਾ ਨੂੰ ਤੋੜਿਆ ਹੈ। ਅਤੇ ਮੈਂ ਕਿਹਾ ਹਾਂ, ਵਾਕਿਆ ਮੈਂ ਤੋੜਿਆ ਵਾ, ਕਿ ਮੈਂ ਸਕ੍ਰਿਪਟ ਦੇ ਉੱਤੇ ਨਾ ਡਿਪੈਂਡ ਹੋ ਕੇ, ਕਿ ਮੈਂ ਕਿਹਾ ਜੇ ਨਹੀਂ ਹੈ ਸਕ੍ਰਿਪਟ ਤਾਂ ਅਸੀਂ ਕ੍ਰੀਏਟ ਕਰੀਏ। ਥੀਏਟਰ ਤਾਂ ਕ੍ਰੀਏਸ਼ਨ ਦਾ ਨਾਮ ਹੈ, ਇਹਦੇ ਵਿੱਚ ਕ੍ਰੀਏਟ ਕੀਤਾ ਜਾ ਸਕਦਾ। ਸੋ ਮੈਂ ਵੈਲ ਮੇਡ ਸਕ੍ਰਿਪਟਾਂ ਵੀ ਕੀਤੀਆਂ। ਜਿੰਨੇ ਨਵੇਂ ਨਾਟਕਕਾਰ ਸੀ, ਨਵੇਂ ਨਾਟਕ ਲਿਖੇ ਜਾ ਰਹੇ ਸੀ, ਡਾਕਟਰ ਸਵਰਾਜ ਵੀਰ ਵਰਗੇ ਵੱਡੇ ਨਾਟਕਕਾਰ ਦੇ ਨਾਟਕ ਖੇਡੇ, ਵੱਡੇ ਨਾਟਕਕਾਰਾਂ ਦੇ ਸਾਰੇ ਨਾਟਕ। ਪਰ ਜੋ ਮੈਂ ਕ੍ਰੀਏਟ ਕਰਨਾ ਚਾਹੁੰਦਾ ਸੀ, ਕਹਾਣੀਆਂ ਦੇ ਰਾਹੀਂ, ਨਾਵਲਾਂ ਰਾਹੀਂ, ਪੋਇਟਰੀ ਰਾਹੀਂ, ਈਵਨ ਮੈਂ ਪੇਂਟਿੰਗ ਨੂੰ ਡਰਾਮਾਟਾਈਜ਼ ਕੀਤਾ। ਸੋ ਇਹ ਫਿਲਮ ਸਕ੍ਰਿਪਟ ਨੂੰ ਮੈਂ ਡਰਾਮਾਟਾਈਜ਼ ਕੀਤਾ, ਉਹਨਾਂ ਨੂੰ ਸਟੇਜ ਦੇ ਉੱਤੇ ਪੇਸ਼ ਕੀਤਾ। ਸੋ ਇੱਦਾਂ ਦੀਆਂ ਚੁਣੌਤੀਆਂ ਨੂੰ ਲੈ ਕੇ, ਸੋ ਇਹ ਜਿਹੜੇ ਮੇਰੇ ਕੰਮ ਸੀਗੇ, ਇਹਨਾਂ ਕੰਮਾਂ ਨੇ ਇੱਕ ਨਵੀਂ ਤਰ੍ਹਾਂ ਦੀ ਲਹਿਰ ਜਿਹੜੀ ਪੰਜਾਬੀ ਰੰਗਮੰਚ ਦੇ ਵਿੱਚ ਤੋਰੀ, ਔਰ ਬਹੁਤ ਸਾਰਾ ਫਿਰ ਕੰਮ ਅੱਗੇ ਤੁਰਦਾ ਰਿਹਾ। ਕੇਵਲ ਜੀ 1991 ਦੇ ਵਿੱਚ ਆ ਕੇ ਤੁਸਾਂ ਨੇ ਅੰਮ੍ਰਿਤਸਰ ਦੇ ਵਿੱਚ ਰੰਗਮੰਚ ਅੰਮ੍ਰਿਤਸਰ ਨਾਂ ਦੀ ਸੰਸਥਾ ਬਣਾਈ।
ਪਹਿਲੋਂ ਜਿਹੜੇ ਕਲਾਕਾਰ ਸੀ ਤੁਹਾਡੇ ਨਾਲ ਹੌਲੀ ਹੌਲੀ ਜੁੜਦੇ ਸ਼ੁਰੂ ਹੋਏ, ਫਿਰ ਬਾਅਦ ਦੇ ਵਿੱਚ ਕਾਫਲਾ ਇਹ ਵੱਧਦਾ ਗਿਆ। ਪਹਿਲਾਂ ਤੁਸੀਂ ਭਾਜੀ ਗੁਰਸ਼ਰਨ ਸਿੰਘ ਦੇ ਨਾਲ ਕੰਮ ਕੀਤਾ, ਉਹਨਾਂ ਦਾ ਥੀਏਟਰ ਬਿਲਕੁਲ ਵੱਖਰੀ ਕਿਸਮ ਦਾ ਸੀ। ਜਦੋਂ ਤੁਸੀਂ ਯੂਨੀਵਰਸਿਟੀ ਤੋਂ ਆਏ, ਤੁਸੀਂ ਆਪਣੇ ਜਿਹੜੇ ਉੱਥੋਂ ਜੋ ਕੁਝ ਸਿੱਖਿਆ ਤੁਸੀਂ ਨੇ ਪੰਜਾਬੀ ਰੰਗਮੰਚ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ। ਲਾਈਟਿੰਗ ਬਿਲਕੁਲ ਵੱਖਰੀ, ਸਾਊਂਡ ਬਿਲਕੁਲ ਵੱਖਰੀ, ਜਿਹੜਾ ਸੈੱਟ ਸੀ ਉਹ ਬਿਲਕੁਲ ਵੱਖਰੇ, ਮੇਕਅਪ ਸਾਰਾ ਕੁਛ ਹੀ ਮਤਲਬ ਚੇਂਜ ਕਰ ਦਿੱਤਾ। ਕੀ ਸੋਚਦੇ ਸੀ ਉਸ ਵੇਲੇ ਦੇ ਜਿਹੜੇ ਥੀਏਟਰ ਦੇ ਕਲਾਕਾਰ ਸੀ? ਹਾਂ, ਉਹ ਇੱਕ ਬਿਲਕੁਲ ਇਹ ਸੀ ਕਿ ਜਿਹੜੀਆਂ ਮੈਨੂੰ ਸੀ ਕਿ ਇਹ ਥੀਏਟਰ ਦੀਆਂ ਲੋੜਾਂ ਨੇ ਕਿ ਸੈੱਟ ਜਿਹੜਾ ਕਿ ਉਹ ਬੜੇ ਵਧੀਆ ਤਰੀਕੇ ਨਾਲ ਜੋ ਨਾਟਕ ਦੀ ਡਿਮਾਂਡ ਹੈ ਉਹਦੇ ਮੁਤਾਬਕ ਡਿਜ਼ਾਈਨ ਹੋਇਆ ਹੋਣਾ ਚਾਹੀਦਾ। ਲਾਈਟ ਹੈ, ਲਾਈਟ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਇੱਕ ਅਦਾਕਾਰੀ ਦਾ ਕੰਮ ਕਰਦੀ ਹੈ, ਅਦਾਕਾਰ ਨੂੰ ਮਦਦ ਕਰਦੀ ਹੈ ਜੋ ਸਟੇਜ 'ਤੇ ਹੁੰਦਾ ਹੈ ਉਹਦੀ। ਔਰ ਖਾਸ ਤੌਰ 'ਤੇ ਮੇਰਾ ਆਪਣਾ ਸੀਗਾ ਕਿ ਇਹ ਜਿਹੜਾ ਡਿਜ਼ਾਈਨ ਹੈ ਕਿ ਇਹ ਜਿਹੜਾ ਕਿ ਨਾਟਕ ਦਾ ਹਿੱਸਾ ਬਣੇ, ਕਿ ਇਹ ਕੋਈ ਇੰਝ ਨਾ ਲੱਗੇ ਕਿ ਥੋਪਿਆ ਹੋਇਆ, ਪਰ ਨਾਟਕ ਦਾ ਹਿੱਸਾ ਬਣੇ। ਸੋ ਉਸ ਰੂਪ ਦੇ ਵਿੱਚ ਮੈਂ ਚੀਜ਼ਾਂ ਨੂੰ ਡਿਜ਼ਾਈਨ ਕੀਤਾ, ਕਾਸਟਿਊਮ ਨੂੰ ਡਿਜ਼ਾਈਨ ਕੀਤਾ ਕਿ ਜਿਸ ਤਰ੍ਹਾਂ ਦਾ ਕਰੈਕਟਰ ਹੈ ਕਿੱਥੋਂ ਆਇਆ ਕਿਵੇਂ ਆਇਆ। ਸੋ ਉੱਦਾਂ ਦੇ ਕੁਝ ਐਗਜ਼ੈਜੂਰੇਟ ਕਰਕੇ ਕਿ ਲਾਰਜਰ ਦੈਨ ਲਾਈਫ ਜਿਹੜੀਆਂ ਪ੍ਰੋਡਕਸ਼ਨਾਂ ਸੀਗੀਆਂ ਉਸ ਤਰ੍ਹਾਂ ਦੀਆਂ, ਉਹ ਸਾਰਾ ਕੁਝ ਕੀਤਾ। ਸੋ ਇਹ ਜਿਹੜੇ ਸੀ ਇਹਨਾਂ ਚੀਜ਼ਾਂ ਨੇ ਪੰਜਾਬੀ ਰੰਗਮੰਚ ਦੇ ਉੱਤੇ ਅਸਰ ਪਾਇਆ ਔਰ ਬਹੁਤ ਸਾਰੇ ਲੋਕਾਂ ਨੇ ਮੇਰੇ ਉਸ ਜਿਹੜੇ ਕਿ ਟੈਕਨੀਕਾਂ ਨੂੰ ਜਿਹੜਾ ਕਿ ਅਪਣਾਇਆ ਵੀ ਔਰ ਉਹਨਾਂ ਨੂੰ ਡਿਵੈਲਪ ਵੀ ਕੀਤਾ। ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਵੀ ਯੂਜ਼ ਕੀਤਾ ਬਾਕੀ ਲੋਕਾਂ ਨੇ, ਜਦੋਂ ਕਿ ਉਸ ਤੋਂ ਪਹਿਲੇ ਹਾਲੇ ਸ਼ਾਇਦ ਬਹੁਤ ਸਾਰੇ ਜਗ੍ਹਾ ਦੇ ਉੱਤੇ ਸਾਡੇ ਬਲੈਕ ਕਰਟਨ ਦਾ ਹੀ ਕਨਸੈਪਟ ਨਹੀਂ ਸੀ। ਔਰ ਉਹਦੀ ਦੇਣ ਇਹ ਸੀ ਕਿ ਹੁਣ ਪਿਛਲੇ ਹੁਣ ਸਾਨੂੰ 23-24 ਸਾਲ ਹੋ ਗਏ ਜਿਹੜਾ ਮੰਚ ਰੰਗਮੰਚ ਥੀਏਟਰ ਗਰੁੱਪ ਨੂੰ, ਅਤੇ ਇਹ ਉਹਦੀ ਦੇਣ ਹੈ ਕਿ ਵੀ ਹੁਣ ਪੰਜਾਬ ਦੇ ਹਰ ਥੀਏਟਰ ਗਰੁੱਪ ਦੇ ਕੋਲ ਆਪਣਾ ਇੱਕ ਬਲੈਕ ਕਰਟਨ ਹੈ। ਚਾਹੇ ਉਹ ਪਿੰਡ 'ਚ ਵੀ ਜਾਂਦੇ ਹੋ ਪਿੱਛੇ ਉਹ ਯੂਜ਼ ਕਰਦੇ ਆ ਕਿ ਇਹਦੇ ਬੈਕਡਰੋਪ ਜਿਹੜਾ ਇੱਕ ਬਲੈਕ ਹੈ ਜਿਹਦੇ ਉੱਤੇ ਕਲਾਕਾਰ ਜਿਹੜੇ ਕਿ ਉਹ ਨਿਖਰ ਕੇ ਆਉਂਦੇ ਆ। ਸੋ ਲਾਈਟ ਨੂੰ ਯੂਜ਼ ਕਰਦੇ ਆ ਔਰ ਮੈਨੂੰ ਚੰਗਾ ਲੱਗਦਾ ਕਿਉਂਕਿ ਮੈਂ ਇੱਕ ਸ਼ੁਰੂਆਤ ਕੀਤੀ ਸੀ, ਦੂਜਿਆਂ ਨੇ ਅਪਣਾਇਆ ਔਰ ਬਹੁਤ ਖੂਬਸੂਰਤੀ ਨਾਲ ਅਪਣਾਇਆ ਦੂਜਿਆਂ ਨੇ ਵੀ। ਔਰ ਇੱਕ ਹੋਰ ਮੈਂ ਅਰਜੀਤ ਜਿਹੜਾ ਕਿ ਸ਼ੁਰੂਆਤ ਕੀਤੀ ਮੈਂ ਕਿ ਇਹ ਸੀਗਾ ਕਿ ਅਸੀਂ ਦੂਜਿਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਮੈਨੂੰ ਸੀ ਕਿ ਜੋ ਕੁਝ ਮੈਂ ਸਿੱਖਿਆ ਵਾ ਉਹ ਹੋਰਨਾਂ ਤੱਕ ਵੀ ਜਾਏ, ਉਹ ਦੂਜੀਆਂ ਥਾਵਾਂ 'ਤੇ ਜਾ ਕੇ ਉਹਨੂੰ ਮੇਰੇ ਕੋਲੋਂ ਸਿੱਖ ਕੇ ਹੋਰ ਥਾਵਾਂ 'ਤੇ ਪਹੁੰਚਾਉਣ। ਅਸੀਂ ਰੰਗਮੰਚ ਵਰਕਸ਼ਾਪ ਸ਼ੁਰੂਆਤ ਕੀਤੀ। ਹਰ ਸਾਲ ਅਸੀਂ ਥੀਏਟਰ ਵਰਕਸ਼ਾਪ ਕਰਦੇ ਹਾਂ। ਜੂਨ ਮਹੀਨੇ ਦੇ ਵਿੱਚ 1 ਮਹੀਨਾ ਪੂਰਾ ਜੂਨ ਦਾ ਰੈਜ਼ੀਡੈਂਸ਼ੀਅਲ ਥੀਏਟਰ ਵਰਕਸ਼ਾਪ ਹੁੰਦੀ ਹੈ। ਪੂਰੇ ਪੰਜਾਬ ਤੋਂ ਲੋਕ ਆਉਂਦੇ, ਵੱਖ-ਵੱਖ ਥੀਏਟਰ ਗਰੁੱਪਾਂ ਤੋਂ ਮੈਂ ਇਨਵਾਈਟ ਕਰਦਾ। ਉਹ 1 ਮਹੀਨਾ ਇੱਥੇ ਰਹਿੰਦੇ ਆ। ਉਹ ਮੇਰੇ ਕੋਲ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਟੀਚਰ ਆਉਂਦੇ ਹੋਰ ਵੀ, ਉਹਨਾਂ ਨੂੰ ਨਾਲ ਲਈਦਾ ਔਰ ਉਹ ਉੱਥੇ ਰਹਿੰਦੇ ਆ ਸਵੇਰ ਤੋਂ ਰਾਤ ਤੱਕ ਥੀਏਟਰ ਵਰਕਸ਼ਾਪ। ਉਹ 'ਚ ਪ੍ਰੋਡਕਸ਼ਨਾਂ ਹੁੰਦੀਆਂ, ਟੈਕਨੀਕਲ ਜਿਹੜੇ ਸਬਜੈਕਟ ਉਹਨਾਂ 'ਤੇ ਕੰਮ ਹੁੰਦਾ, ਉਹਨਾਂ ਦੇ ਐਕਟਿੰਗ 'ਤੇ ਕੰਮ ਹੁੰਦਾ, ਸਕ੍ਰਿਪਟ ਰਾਈਟਿੰਗ 'ਤੇ ਹੁੰਦਾ। ਸੋ ਇੱਦਾਂ ਦੇ ਸਾਰੇ ਸਬਜੈਕਟ ਉਹਦੇ ਵਿੱਚ ਅਸੀਂ ਉਹ ਹੈਂਡਲ ਕਰਦੇ ਹਾਂ। ਸੋ ਉਹਦਾ ਹੁਣ ਫਾਇਦਾ ਇਹ ਹੋਇਆ ਕਿ ਹੁਣ ਜਦੋਂ ਮੈਂ ਵੇਖਦਾ ਪੰਜਾਬ 'ਚ ਕਿਤੇ ਵੀ ਜਾਈਦਾ ਔਰ ਹਰ ਥੀਏਟਰ ਗਰੁੱਪ 'ਚ ਕੋਈ ਨਾ ਕੋਈ ਇਹੋ ਜਿਹਾ ਆਰਟਿਸਟ ਜ਼ਰੂਰ ਹੁੰਦਾ ਜਿਹੜਾ ਸਾਡੇ ਕੋਲ ਟ੍ਰੇਨਿੰਗ ਲੈ ਕੇ ਗਿਆ ਹੁੰਦਾ ਔਰ ਉਹਨਾਂ ਦੇ ਉਹ ਕੰਮ 'ਤੇ ਅਸਰ ਪੈਂਦਾ ਔਰ ਖੂਬਸੂਰਤੀ ਹੁੰਦੀ ਹੈ, ਕੰਮ ਨਿਖਰਿਆ ਹੁੰਦਾ ਵਾ। ਔਰ ਪਿਛਲੇ ਕਾਫੀ 8-10 ਸਾਲਾਂ ਤੋਂ ਹੁਣ ਸਾਡੇ ਕੋਲ ਪਾਕਿਸਤਾਨ ਤੋਂ ਜਿਹੜੇ ਅਦਾਕਾਰ ਨੇ ਉਹ ਵੀ ਟ੍ਰੇਨਿੰਗ ਲੈਣ ਆਉਂਦੇ ਆ, ਕਿਉਂਕਿ ਪਾਕਿਸਤਾਨ 'ਚ ਇੱਦਾਂ ਕੋਈ ਥੀਏਟਰ ਇੰਸਟੀਚਿਊਟ ਨਹੀਂ ਹੈ। ਅਤੇ ਉਹ ਸਾਡੇ ਕੋਲ ਜੂਨ ਮਹੀਨੇ 'ਚ ਇੱਥੇ ਆ ਕੇ ਹਮੇਸ਼ਾ ਹਰ ਸਾਲ 8-10 ਕਲਾਕਾਰ ਜਿਹੜੇ ਉੱਥੋਂ ਆ ਕੇ ਉਹ ਸਾਡੇ ਕੋਲ ਰਹਿੰਦੇ ਔਰ ਟ੍ਰੇਨਿੰਗ ਲੈਂਦੇ ਆ।